ਸਾਰਿਆਂ ਨੂੰ ਜੈ ਮਸੀਹ ਜੀ। ਸੋ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ, ਸ਼ਿਫਾ ਮਸੀਹ ਟੀਵੀ ਦਾ, ਜਿਨ੍ਹਾਂ ਦੇ ਦੁਆਰਾ ਅੱਜ ਮੈਂ ਪਰਮੇਸ਼ਰ ਦਾ ਵਚਨ ਤੁਹਾਡੇ ਵਿੱਚ ਸ਼ੇਅਰ ਕਰ ਰਿਹਾ। ਸੋ ਪਰਮੇਸ਼ਰ ਸਭ ਨੂੰ ਸੁਣਨ ਵਾਲਿਆਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਸੋ ਆਈਏ ਅਸੀਂ ਪਰਮੇਸ਼ਰ ਦੇ ਵਚਨ ਨੂੰ ਸ਼ੁਰੂ ਕਰਾਂਗੇ। ਸੋ ਯਰਮੀਆ ਦੀ ਕਿਤਾਬ ਉਹਦਾ 17 ਅਧਿਆਇ ਉਹਦਾ 10 ਵਚਨ ਚੋਂ ਪੜਾਂਗੇ। ਮੈਂ ਯਹੋਵਾ ਦਿਲਾਂ ਨੂੰ ਜੋਂਦਾ ਹਾਂ ਅਤੇ ਗੁਰਦਿਆਂ ਨੂੰ ਪਰਖਦਾ ਹਾਂ, ਭਾਈ ਹਰ ਮਨੁੱਖ ਨੂੰ ਉਹ ਦੇ ਚਾਲ ਚੱਲਣ ਅਨੁਸਾਰ ਅਤੇ ਉਹਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦੇਵਾਂ। ਸੋ ਪਰਮੇਸ਼ਰ ਸਾਡੇ ਦਿਲਾਂ ਨੂੰ ਪਰਖਦਾ ਹੈ ਔਰ ਦਿਲਾਂ ਨੂੰ ਸਾਡਿਆਂ ਨੂੰ ਜੋਂਦਾ ਹੈ। ਜਦ ਪਰਮੇਸ਼ਰ ਸਾਡੇ ਭਰੋਸੇ ਨੂੰ ਵੇਖਦਾ ਹੈ, ਸੋ ਵਚਨ ਦੇ ਵਿੱਚ ਲਿਖਿਆ ਸਾਡਾ ਭਰੋਸਾ ਜਿਹੜਾ ਸਿਰਫ ਪਰਮੇਸ਼ਰ ਉੱਤੇ ਹੀ ਹੋਣਾ ਚਾਹੀਦਾ। ਸੋ ਅਸੀਂ ਪੜ੍ਹਦੇ ਹਾਂ, ਯਹੋਵਾ ਇਉਂ ਫਰਮਾਉਂਦਾ ਹੈ, ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਉੱਤੇ ਭਰੋਸਾ ਰੱਖਦਾ ਹੈ ਅਤੇ ਸਬਰ ਬਸਰ ਨੂੰ ਆਪਣੀਆਂ ਬਾਹਾਂ ਬਣਾਉਂਦਾ ਹੈ, ਜਿਹਦਾ ਦਿਲ ਯਹੋਵਾ ਵੱਲੋਂ ਫਿਰ ਜਾਂਦਾ ਹੈ। ਸੋ ਪਰਮੇਸ਼ਰ ਦਾ ਵਚਨ ਜਿਹੜਾ ਹੈ ਸਾਨੂੰ ਬਿਆਨ ਕਰਦਾ ਹੈ ਕਿ ਸਾਡਾ ਭਰੋਸਾ ਸਿਰਫ ਪਰਮੇਸ਼ਰ ਯਹੋਵਾ ਉੱਤੇ ਹੀ ਹੋਣਾ ਚਾਹੀਦਾ ਹੈ, ਕਿਸੇ ਮਨੁੱਖ ਜਾਂ ਕਿਸੇ ਇਨਸਾਨ ਉੱਤੇ ਨਹੀਂ। ਔਰ ਜਿਹੜੇ ਲੋਕ ਪਰਮੇਸ਼ਰ ਯਹੋਵਾ ਉੱਤੇ ਭਰੋਸਾ ਨਹੀਂ ਰੱਖਦੇ, ਉਹਨਾਂ ਦਾ ਜਿਹੜਾ ਪਰਮੇਸ਼ਰ ਵੱਲੋਂ ਦਿਲ ਜਿਹੜਾ ਹੈ ਉਹ ਫਿਰ ਜਾਂਦਾ ਹੈ। ਸੋ ਉਹ ਆਪਣੇ ਹੋਰ ਕੰਮਾਂ ਦੇ ਵਿੱਚ ਵਿਅਸਤ ਹੁੰਦੇ ਨੇ, ਉਹ ਪਰਮੇਸ਼ਰ ਦੇ ਵਚਨ ਉੱਤੇ ਭਰੋਸਾ ਨਹੀਂ ਰੱਖਦੇ। ਸੋ ਸਾਡਾ ਭਰੋਸਾ ਜਿਹੜਾ ਹੈ ਉਹ ਪਰਮੇਸ਼ਰ ਉੱਤੇ ਹੋਣਾ ਚਾਹੀਦਾ। ਜਦ ਪਰਮੇਸ਼ਰ ਸਾਨੂੰ ਪਰਖਦਾ ਹੈ, ਸਾਡੇ ਦਿਲਾਂ ਨੂੰ ਪਰਖਦਾ ਹੈ, ਸਾਡੇ ਦਿਲਾਂ ਨੂੰ ਜੋਂਦਾ ਹੈ, ਸਾਡੇ ਗੁਰਦਿਆਂ ਨੂੰ ਪਰਖਦਾ ਹੈ ਔਰ ਸਾਡੇ ਚਾਲ ਚੱਲਣ ਦੇ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ। ਜਿਸ ਤਰ੍ਹਾਂ ਅਸੀਂ ਅਯੂਬ ਨਬੀ ਦੇ ਖਤ ਵਿੱਚ ਵੇਖਦੇ ਹਾਂ, ਕਿਤਾਬ ਵਿੱਚ ਵੇਖਦੇ ਹਾਂ ਕਿ ਅਯੂਬ ਨਬੀ ਦੀ ਸਟੋਰੀ ਵੇਖਦੇ ਹਾਂ ਤਾਂ ਅਯੂਬ ਨਬੀ ਇੱਕ ਧਰਮੀ ਮਨੁੱਖ ਸੀ ਔਰ ਉਸ ਇਲਾਕੇ ਦੇ ਵਿੱਚ ਸਭ ਤੋਂ ਅਮੀਰ ਆਦਮੀ ਸੀਗਾ ਔਰ ਪਰਮੇਸ਼ਰ ਦਾ ਖਰਾ ਮਨੁੱਖ ਸੀਗਾ। ਔਰ ਜਦ ਇੱਕ ਦਿਨ ਸ਼ੈਤਾਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਗਿਆ ਤਾਂ ਪਰਮੇਸ਼ਰ ਨੇ ਉਹਨੂੰ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈ, ਤੂੰ ਇੱਥੇ ਕੀ ਕਰਨਾ ਹੈ? ਉਹ ਕਹਿੰਦਾ ਮੈਂ ਸ੍ਰਿਸ਼ਟੀ ਵਿੱਚ ਘੁੰਮ ਤੇ ਫਿਰ ਰਿਹਾ, ਵੇਖ ਰਿਹਾ। ਔਰ ਉਸਨੇ ਪੁੱਛਿਆ ਕਿ ਤੂੰ ਵੇਖੀ ਕਿਤੇ ਮੇਰੇ ਅਯੂਬ ਨੂੰ ਤਾਂ ਨਹੀਂ ਕੁਛ ਕਿਹਾ, ਮੇਰੇ ਨਬੀ ਦੇ ਉੱਤੇ ਤਾਂ ਨਹੀਂ ਕੁਛ ਕੀਤਾ? ਕਹਿੰਦਾ ਨਹੀਂ, ਉਹਦੇ ਸਿਰ ਉੱਤੇ ਤਾਂ ਤੇਰਾ ਹੱਥ ਹੈ ਔਰ ਉਹਨੂੰ ਮੈਂ ਕਿਵੇਂ ਕੁਛ ਕਹਿ ਸਕਦਾ ਹਾਂ, ਉਹਦੇ ਨਾਲ ਮੈਂ ਕਿਸ ਤਰ੍ਹਾਂ ਕੁਛ ਕਰ ਸਕਦਾ ਹਾਂ? ਉਹਦੇ ਸਿਰ ਉੱਤੋਂ ਆਪਣੇ ਹੱਥ ਨੂੰ ਹਟਾਓ ਤਾਂ ਫਿਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਤੇਰਾ ਬੰਦਾ ਹੈ ਜਾਂ ਮੇਰਾ ਬੰਦਾ ਹੈ। ਪਰਮੇਸ਼ਰ ਨੇ ਅਯੂਬ ਨੂੰ ਉਹਦੇ ਹੱਥਾਂ ਦੇ ਵਿੱਚ ਦੇ ਦਿੱਤਾ ਤਾਂ ਅਯੂਬ ਨੇ ਕੀ ਕੀਤਾ? ਆਖਰੀ ਸਾਹ ਤੀਕਰ ਪਰਮੇਸ਼ਰ ਦਾ ਵਫਾਦਾਰ ਰਿਹਾ। ਔਰ ਅਯੂਬ ਨੂੰ ਪਰਮੇਸ਼ਰ ਨੇ ਜਦੋਂ ਉਹਦੇ ਹੱਥਾਂ ਵਿੱਚ ਦਿੱਤਾ ਤਾਂ ਸ਼ੈਤਾਨ ਨੇ ਉਹਦੀ ਸਾਰੀ ਜਾਇਦਾਦ ਖਤਮ ਕਰਤੀ, ਉਹਦੇ ਧੀਆਂ ਪੁੱਤਰ ਖਤਮ ਕਰ ਦਿੱਤੇ ਔਰ ਪਰਮੇਸ਼ਰ ਦੇ ਉਹਦੇ ਜਿਹੜੇ ਸਰੀਰ ਦੇ ਉੱਤੇ ਫੋੜੇ ਕੱਢ ਦਿੱਤੇ। ਤੇ ਅਯੂਬ ਨੇ ਫਿਰ ਵੀ ਪਰਮੇਸ਼ਰ ਦਾ ਹੀ ਧੰਨਵਾਦ ਕੀਤਾ ਔਰ ਉਹਦਾ ਭਰੋਸਾ ਸੀ ਜਿਹੜਾ ਉਹ ਪਰਮੇਸ਼ਰ ਉੱਤੇ ਹੀ ਅਟਲ ਰਿਹਾ। ਔਰ ਆਖਰੀ ਸਮੇਂ ਦੇ ਵਿੱਚ, ਆਖਰੀ ਜਦੋਂ ਸਮਾਂ ਸੀਦਾ ਔਰ ਆਖਰੀ ਸਮੇਂ ਦੇ ਵਿੱਚ ਉਸ ਦੀ ਪਤਨੀ ਜਦ ਅਯੂਬ ਦੇ ਕੋਲੇ ਜਾਂਦੀ ਆ, ਅਯੂਬ ਨੂੰ ਕਹਿੰਦੀ ਕਿ ਤੇਰਾ ਸਭ ਕੁਝ ਤਾਂ ਲੁੱਟ ਗਿਆ, ਸਭ ਕੁਝ ਤਾਂ ਤੇਰਾ ਖਤਮ ਹੋ ਗਿਆ ਹੈ, ਲੇਕਿਨ ਅੱਜ ਵੀ ਤੂੰ ਪਰਮੇਸ਼ਰ ਦਾ ਨਾਮ ਲਈ ਜਾਂਦਾ। ਉਹ ਕਹਿੰਦਾ ਪਰਮੇਸ਼ਰ ਨੇ ਦਿੱਤਾ ਤੇ ਪਰਮੇਸ਼ਰ ਨੇ ਲੈ ਲਿਆ, ਉਹਦੇ ਨਾਮ ਨੂੰ ਮੁਬਾਰਕ ਹੈ। ਸੋ ਇਸ ਤਰ੍ਹਾਂ ਦਾ ਸਾਡਾ ਭਰੋਸਾ ਜਿਹੜਾ ਉਹ ਪਰਮੇਸ਼ਰ ਦੇ ਉੱਤੇ ਟਿਕਿਆ ਰਹਿਣਾ ਚਾਹੀਦਾ। ਸੋ ਅਗਰ ਅਸੀਂ ਪੜ੍ਹੀਏ ਪਰਮੇਸ਼ਰ ਦੇ ਇਬਰਾਨੀਆਂ ਦੀ ਪੱਤਰੀ ਦੇ ਵਿੱਚੋਂ ਉਹਦੇ 4 ਅਧਿਆਏ, ਇਬਰਾਨੀਆਂ ਦੀ ਪੱਤਰੀ ਉਹਦਾ 4 ਅਧਿਆਏ ਉਹਦਾ 13 ਵਚਨ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਸ੍ਰਿਸ਼ਟੀ ਦੀ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਉਹਦੇ ਤੋਂ ਲੁਕੀ ਨਹੀਂ ਰਹਿੰਦੀ। ਸ੍ਰਿਸ਼ਟੀ ਦੀ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਉਹਦੇ ਤੋਂ ਲੁਕੀ ਨਹੀਂ, ਉਹਦੇ ਨੇਤਰਾਂ ਤੋਂ ਜਿਹਨੂੰ ਅਸੀਂ ਲੇਖਾ ਦੇਣਾ, ਜਿਹਨੂੰ ਕਿ ਅਸੀਂ ਲੇਖਾ ਦੇਣਾ, ਉਹਦੇ ਨੇਤਰਾਂ ਤੋਂ ਕੋਈ ਵੀ ਚੀਜ਼ ਨਹੀਂ ਲੁਕੀ ਤੇ ਉਹਦੇ ਅੱਗੇ ਨੰਗੀ ਤੇ ਖੁੱਲੀ ਪਈ ਹੋਈ ਹੈ। ਇਸ ਕਰਕੇ ਮੇਰੇ ਭੈਣਾਂ ਤੇ ਭਾਈਓ, ਪਰਮੇਸ਼ਰ ਦੀਆਂ ਜਿਹੜੀਆਂ ਅੱਖਾਂ ਨੇ ਉਹਦੀ ਹਮੇਸ਼ਾ ਹੀ ਹਰ ਇੱਕ ਮਨੁੱਖ ਦੇ ਉੱਤੇ ਲੱਗੀਆਂ ਰਹਿੰਦੀਆਂ ਨੇ। ਉਹ ਸਾਡੇ ਚਾਲ ਚੱਲਣ ਨੂੰ ਵੇਖਦਾ ਤੇ ਪਰਖਦਾ ਰਹਿੰਦਾ ਹੈ, ਉਹ ਸਾਡੇ ਹਰ ਇੱਕ ਗੱਲ ਨੂੰ ਪਰਖਦਾ ਹੈ ਪਰਮੇਸ਼ਰ। ਔਰ ਪਰਮੇਸ਼ਰ ਦੇ ਵਿੱਚ ਬਣੇ ਰਹਿਣਾ ਬਹੁਤ ਹੀ ਸਾਡੇ ਲਈ ਜ਼ਰੂਰੀ ਹੈ। ਪਰਮੇਸ਼ਰ ਦੇ ਵਚਨ ਵਿੱਚ ਸਾਡੇ ਲਈ ਟਿਕੇ ਹੋਣਾ ਰਹਿਣਾ ਬਹੁਤ ਹੀ ਜ਼ਰੂਰੀ ਹੈ। ਯਹੋਵਾ ਦੀਆਂ ਜਿਹੜੀਆਂ ਅੱਖਾਂ ਨੇ ਹਮੇਸ਼ਾ ਹੀ ਉਹ ਧਰਮੀਆਂ ਦੇ ਉੱਤੇ ਲੱਗੀਆਂ ਰਹਿੰਦੀਆਂ ਨੇ। ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੇਖਦੇ ਹਾਂ, ਕਹਾਵਤਾਂ ਦੀ ਪੁਸਤਕ ਉਹਦਾ 15 ਅਧਿਆਏ ਉਹਦਾ
3 वचन दे विच कहंदा यहोवा दीयां अखां सबनी थाई लगियां रहिंदियां हन। धरती ते सबनी थाई लगियां, दोनां ते लगियां रहिंदियां ने, भलिया इंसानां ते भी ते बुरियां ते भी लगियां रहिंदियां हन। इस करके परमेश्वर जदों सानू परखदा है, सानू वेखदा है, तां परमेश्वर असी ओदे जदों खरे नहीं उतरदे तां फिर परमेश्वर साडे तो दुखी हुंदा है। परमेश्वर दीयां अखां जिहड़ियां ने वो फिर साडे वल लाल हो जांदियां ने। जिस तरह यशायाह दी किताब विच वेखीए, यशायाह दी किताब अगर पढ़दे हां, 3 अध्याय उहदा 9 वचन, उत्थे उहदे विच लिखिया है कि इसराइल ने ठेडा खादा, यहूदा डिग गया और परमेश्वर उन्हां दियां बोलियां तो, उन्हां दियां गल्लां तो, उन्हां दे कम्मां तो क्रोधवान होया और ओहदा जिहड़ा मूँह है सीधा, उहदा जिहड़ा मूँह ओ साडे वल की क्रोधवान हो गया, ओहदियां तेजवान अखां जिहड़ियां लाल हो गईयां। सो इस करके मैं तुहानूं दसना चाहना कि मेरे भैणां ते भाईओ, सो सबना ने असी परमेश्वर दे उत्ते ही भरोसा रखना है और परमेश्वर दे नाल ही चलना है। परमेश्वर दे विच जिहड़े बने रहिंदे लोग ने ओह ही आशा ते बरकतां लैंदे ने। सो परमेश्वर की बाणी दे विच लिखिया है कि परमेश्वर जद सानू वेखदा है, सानू तकदा है, तो असी उहदे विच खरे नहीं उतरदे, असी उहदे विच खरे नहीं उतरदे। जिस तरह असी पढ़दे हां मरकस दी अंजील उहदा 7 अध्याय, उहदा 7 अध्याय उहदा 21 वचन, 21 वचन दे विच लिखिया है, परमेश्वर दा वचन सानू दसदा है कि कहंदा जद परमेश्वर ने सानू वेख्या, उन्हें तक्या ते साडे दिलां दे विच बुरे तो बुरा ख्याल सी। बुरे तो बुरा की सीदा ख्याल सीदा, बुरे तो बुरा ख्याल सीदा। आओ असी वेखदे हां मरकस दी अंजील, हालेलुया। मरकस दी अंजील 21 दे, क्यों जो अंदरों मनुख दे दिल विचों बुरे ख्याल ते हरामकारी निकलदी है। इंसान दे अंदरों जद बुरे ख्याल ते हरामकारी निकलदी है, चोरी ते खून, जनाकारी, लोभ, बदी, छल, मस्ती ते बुरी नज़र, कुफर, हंकार, मूर्खताई निकलदी है। इस करके परमेश्वर जब सानू परखदा है, साडे दिलां नू जांचदा है, साडी चाल दे अनुसार सानू फल बदला देना चाहता है, तो फिर वो जो वेखदा है, इंसान नू वेखदा कि इंसान जिहड़ा वो तो मेरे जिहड़ी आराधना दिल तो नहीं कर रहा, वो अपने होठां दे नाल मैनू प्रभु प्रभु कहंदा है, पर ओहदा दिल है जिहड़ा वो मेरे तो बड़ा ही दूर है। असीं पढ़दे मरकस दी अंजील उहदा 7 दे उहदा 6 वचन विच लिखिया है, कहंदा उसने उन्हां नू यह कहा, तुसी कपटियां दे विखे यशायाह ने ठीक हंगामा किया है, जिद्दां लिखिया है, ओह लोग अपने होठां नाल मेरा आदर करदे हन, पर उन्हां दे दिल मैथों दूर हन। सो मेरे भैणां ते भाईओ, अगर असी परमेश्वर नू भी खुश करना चाहते हैं और अपने इस रिश्तेदार भैणां भरा संसार नू भी खुश करना चाहते हैं, तो फिर असी परमेश्वर तो कोई फल लै नहीं सकते। इस करके सानू अपने आप नू परमेश्वर दे विच बने रहना बहुत ही ज़रूरी है। परमेश्वर दे विच बने रहना बहुत ही ज़रूरी है। इस करके परमेश्वर दा वचन सानू दसदा है, मती दी अंजील उहदा 15 अध्याय उहदे 8 वचन विच भी सानू परमेश्वर इस तरह बयान करदा है, कहंदा ये लोग अपने बुल्लां नाल मेरा आदर करदे हन, पर इन्हां दे दिल मैथों दूर हन। यह व्यर्थी मेरी जिहड़ी उपासना करते हैं। असी परमेश्वर की उपासना है जिहड़ी अच्छे ढंग नाल करनी, विश्वास न करनी, भरोसे नाल करनी है। जे साडा भरोसा परमेश्वर उत्ते, तो हर एक वचन साडे जीवन दे विच लागू होना चाहिए। हर एक वचन दे उत्ते असी टिके रहना बहुत जरूरी साडा। अगर असी परमेश्वर दे वचन उत्ते नहीं टिकदे, उहदे वचन उत्ते नहीं खड़ोते रहिंदे, तो फिर असी परमेश्वर दा जिहड़ा आदर करदे हां वो मूँह तो बुल्लां दे नाल करदे हां, लेकिन दिल तो कुछ भी करदे नहीं। इस करके परमेश्वर दा वचन सानू दसदा है कि असी जिहड़ा आदर जिहड़ा परमेश्वर दा दिल तो करना है और रीझ दे नाल करना है। परमेश्वर दा आदर किस तरह करना है? रीझ दे नाल करना है। जिस तरह परमेश्वर दा वचन सानू दसदा है कि यशायाह दी किताब दे विच लिखिया है 9 अध्याय 3 अध्याय उहदे 9 वचन विच, यरूशलेम ने ठेडा खादा और यहूदा डिग पिया और उन्हां दे कम्मां दे
ਉਹਨਾਂ ਦੀ ਬੋਲੀ ਦੇ ਅਨੁਸਾਰ ਪਰਮੇਸ਼ਰ ਦੀਆਂ ਤੇਜ਼ਵਾਨ ਅੱਖਾਂ ਨੇ ਜਿਹੜੀਆਂ ਲਾਲ ਹੋ ਗਈਆਂ ਤੇ ਉਹਦਾ ਜਿਹੜਾ ਮੂੰਹ ਸੀਦਾ ਸਾਡੇ ਵੱਲ ਕ੍ਰੋਧ ਜਦੋਂ ਆਉਂਦਾ ਹੈ। ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਹਨਨੀਆ ਤੇ ਸਫੀਰਾ ਬਾਰੇ ਦੇਖਦੇ ਹਾਂ। ਹਨਨੀਆ ਤੇ ਸਫੀਰਾ ਦੀ ਇੱਕ ਪ੍ਰਾਪਰਟੀ ਸੀ, ਇੱਕ ਉਹਨਾਂ ਦੀ ਜਾਇਦਾਦ ਸੀ। ਜਦ ਉਹਨਾਂ ਦੀ ਜਾਇਦਾਦ ਉਹਨਾਂ ਦੇ ਕੋਲ ਸੀ ਤੇ ਉਹਨਾਂ ਦੀ ਸੀ, ਜਦ ਉਹਨਾਂ ਨੇ ਉਸ ਨੂੰ ਵੇਚਣ ਦੇ ਲਈ ਮਤਾ ਕੀਤਾ, ਇੱਕ ਦੂਜੇ ਨਾਲ ਸਲਾਹ ਕੀਤੀ, ਉਹਨਾਂ ਨੇ ਆਪਣੀ ਜਦੋਂ ਜਾਇਦਾਦ ਨੂੰ ਵੇਚਿਆ ਤੇ ਉਹਨਾਂ ਦੇ ਮਨ ਦੇ ਵਿੱਚ ਸ਼ੈਤਾਨ ਆ ਗਿਆ। ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਹਨਾਂ ਨੇ ਦਸਵੰਧ ਲੈ ਕੇ ਆਉਣਾ ਸੀਦਾ, ਉਹ ਦਸਵੰਧ ਪ੍ਰੋਪਰ ਵਫਾਦਾਰੀ ਨਾਲ ਨਹੀਂ ਲੈ ਕੇ ਆਏ। ਉਹਨਾਂ ਨੇ ਆਪਣੇ ਆਪ ਵਿੱਚ ਦੋਨਾਂ ਜੀਆਂ ਨੇ ਸਲਾਹ ਕਰ ਲਈ ਕਿ ਅਸੀਂ ਇੰਨਾ ਹੀ ਪਰਮੇਸ਼ਰ ਨੂੰ ਦੇਣਾ ਹੈ, ਜਿਹੜਾ ਪੂਰੇ ਖਰੇ ਨਹੀਂ ਉਤਰੇ। ਜਦ ਪਰਮੇਸ਼ਰ ਦੇ ਕੋਲੇ ਹਨਨੀਆ ਆਇਆ ਤੇ ਪਤਰਸ ਨੇ ਜਦੋਂ ਉਹਨੂੰ ਪੁੱਛਿਆ ਕਿ ਤੁਸੀਂ ਇੰਨਾ ਹੀ ਲਿਆ, ਔਰ ਉਸਨੇ ਕਿਹਾ ਕਿ ਅਸੀਂ ਇੰਨੇ ਦਾ ਹੀ ਇਹ ਜਿਹੜਾ ਸੀਗਾ ਪਲਾਟ ਜਾਂ ਇਸ ਪ੍ਰਾਪਰਟੀ ਵੇਚੀਏ, ਤਾਂ ਪਰਮੇਸ਼ਰ ਦੇ ਦਾਸ ਨੇ ਪਤਰਸ ਨੇ ਉਹਨੂੰ ਕਿਹਾ ਕਿ ਤੇਰੇ ਮਨ ਵਿੱਚ ਸ਼ੈਤਾਨ ਕਿਉਂ ਵਸ ਗਿਆ, ਕਿਉਂ ਤੇਰੇ ਸ਼ੈਤਾਨ ਤੇਰੇ ਮਨ ਵਿੱਚ ਵਸ ਗਿਆ। ਤਾਂ ਉਸੇ ਘੜੀ ਹਨਨੀਆ ਜਿਹੜਾ ਉਹ ਜਗ੍ਹਾ ਤੇ ਡਿੱਗ ਗਿਆ, ਉਸੇ ਜਗ੍ਹਾ ਡਿੱਗ ਗਿਆ ਔਰ ਉਸੇ ਘੜੀ ਉਹਦੀ ਮੌਤ ਹੋ ਗਈ। ਔਰ ਉਹਦੀ ਮੌਤ ਜਦ ਹੋ ਗਈ, ਜਦ ਪਰਮੇਸ਼ਰ ਨੇ ਉਹਨੂੰ ਪਰਖਿਆ, ਉਹਨੂੰ ਵੇਖਿਆ, ਉਹਦੇ ਦਿਲ ਨੂੰ ਜੋਇਆ ਤੇ ਉਹ ਖਰਾ ਨਹੀਂ ਉਤਰਿਆ, ਤਾਂ ਉਸ ਨੂੰ ਉਹਦਾ ਫਲ ਕੀ ਮਿਲਿਆ? ਉਹਦਾ ਫਲ ਉਸੇ ਘੜੀ ਉਹਨੂੰ ਮੌਤ ਹੁੰਦੀ ਹੋ ਗਈ। ਜਦ ਉਸ ਦੇ ਕੋਲੇ ਉਸ ਦੀ ਪਤਨੀ ਸਫੀਰਾ ਆਈ, ਜਦ ਸਫੀਰਾ ਆਈ ਤਾਂ ਉਸਨੇ ਵੀ ਫਿਰ ਜਦੋਂ ਆ ਕੇ ਪਤਰਸ ਦੇ ਕੋਲੇ ਗੱਲ ਕੀਤੀ ਤਾਂ ਪਤਰਸ ਨੇ ਉਹਨੂੰ ਪੁੱਛਿਆ ਕਿ ਤੁਸੀਂ ਇੰਨੇ ਵਿੱਚ ਹੀ ਵੇਚਿਆ, ਤੇ ਉਸਨੇ ਵੀ ਠੀਕ ਹੀ ਦੱਸਿਆ, ਉਸੇ ਤਰ੍ਹਾਂ ਦੱਸਿਆ ਜਿਸ ਤਰ੍ਹਾਂ ਉਹਨਾਂ ਦੋਨਾਂ ਜੀਆਂ ਨੇ ਇੱਕ ਦੂਜੇ ਨਾਲ ਰਾਏ ਮਰਜ਼ੀ ਕੀਤੀ ਹੋਈ ਸੀ। ਔਰ ਉਹਨੇ ਕਿਹਾ ਨਹੀਂ, ਅਸੀਂ ਇੰਨੇ ਦਾ ਹੀ। ਅਜੇ ਜਿਹੜੇ ਉਹਦੇ ਲੋਕ ਸੀਦੇ ਉਹਨੂੰ ਦਫਨਾ ਕੇ ਜੇ ਵਾਪਸ ਹੀ ਆਏ ਸੀਦੇ, ਉਹਨਾਂ ਦੇ ਪੈਰਾਂ ਦੇ ਨਾਲ ਲਿਖਿਆ ਬਾਣੀ ਦੇ ਵਿੱਚ ਕਿ ਉਹਨਾਂ ਦੇ ਪੈਰਾਂ ਦੇ ਨਾਲ ਮਿੱਟੀ ਲੱਗੀ ਹੋਈ ਸੀਦੀ ਤੇ ਉਸੇ ਘੜੀ ਉਹ ਵੀ ਡਿੱਗ ਪਈ। ਸੋ ਮੇਰਾ ਪਰਮੇਸ਼ਰ ਦੇ ਬੇਟੇ ਬੇਟੀਓ, ਮੈਨੂੰ ਤੁਹਾਨੂੰ ਇਹ ਦੱਸਣਾ ਇਸ ਲਈ ਚਾਹਨਾ ਕਿ ਸਾਡਾ ਭਰੋਸਾ ਜਿਹੜਾ ਪਰਮੇਸ਼ਰ ਉੱਤੇ ਹੋਣਾ ਚਾਹੀਦਾ। ਜਦ ਪਰਮੇਸ਼ਰ ਸਾਡੇ ਦਿਲਾਂ ਨੂੰ ਜੋਵੇ, ਜਦ ਸਾਡੇ ਗੁਰਦਿਆਂ ਨੂੰ ਪਰਖੇ, ਸਾਡੇ ਚਾਲ ਚੱਲਣ ਨੂੰ ਵੇਖੇ, ਤਾਂ ਉਹ ਸਾਨੂੰ ਫਲ ਦੇ ਸਕੇ। ਸੋ ਇਸ ਕਰਕੇ ਅਸੀਂ ਭਰੋਸਾ ਸਾਡਾ ਪਰਮੇਸ਼ਰ ਵਿੱਚ ਹੋਣਾ ਚਾਹੀਦਾ ਹੈ ਔਰ ਅਸੀਂ ਪਰਮੇਸ਼ਰ ਦੇ ਵਿੱਚ ਖਰੇ ਉਤਰਨਾ ਹੈ। ਆਮੀਨ।